ਸੰਖਿਆਵਾਂ ਦੇ ਭਾਜਯੋਗ ਨਿਯਮ ਬਾਰੇ ਤੁਸੀਂ ਪਹਿਲਾਂ ਹੀ ਜਾਣ ਚੁੱਕੇ ਹੋ। ਆਓ ਹੁਣ ਇਹਨਾਂ ਨਿਯਮਾਂ ਦੇ ਆਧਾਰ ਤੇ ਇੱਕ ਦੋ ਪ੍ਰਸ਼ਨ ਹੱਲ ਕਰਦੇ ਹਾਂ ਜੋ ਆਮ ਕਰਕੇ ਐਗਜ਼ਾਮ ਵਿੱਚ ਪੁੱਛੇ ਜਾਂਦੇ ਹਨ। ਇੱਕ ਪ੍ਰਸ਼ਨ ਹੈ, ਜੋ ਸੰਖਿਆਵਾਂ 12 ਅਤੇ 20 ਦੋਨਾਂ ਨਾਲ ਭਾਜਯੋਗ ਹਨ, ਭਾਜਯੋਗ ਤੋਂ ਭਾਵ ਕਿ ਪੂਰੀ ਤਰ੍ਹਾਂ ਭਾਗ ਹੋ ਜਾਂਦੀਆਂ ਹਨ, ਉਹ ਸੰਖਿਆਵਾਂ ਹੋਰ ਕਿਸ ਸੰਖਿਆ ਨਾਲ ਭਾਜਯੋਗ ਹਨ। ਹੁਣ ਇਸ ਪ੍ਰਸ਼ਨ ਨੂੰ ਹੱਲ ਕਰਨ ਦੇ ਲਈ ਜਿਸ ਲੌਜਿਕ ਦੀ ਅਸੀਂ ਵਰਤੋਂ ਕਰਦੇ ਹਾਂ ਉਹ ਇਹ ਹੈ ਕਿ ਜੋ ਵੀ ਸੰਖਿਆਵਾਂ 12 ਅਤੇ 20 ਨਾਲ ਭਾਗ ਹੋਣਗੀਆਂ ਉਹ ਜ਼ਰੂਰ ਹੀ ਇਹਨਾਂ ਦੇ ਅਭਾਜ ਗੁਣਨਖੰਡਾਂ ਨਾਲ ਵੀ ਭਾਗ ਹੋਣਗੀਆਂ। ਤਾਂ ਇਸ ਦੇ ਲਈ ਆਓ ਪਹਿਲਾਂ ਅਸੀਂ 12 ਦੇ ਅਭਾਜ ਗੁਣਨਖੰਡ ਬਣਾ ਲੈਂਦੇ ਹਾਂ। ਹੁਣ 12 ਨੂੰ ਮੈਂ ਲਿਖ ਸਕਦਾ ਹਾਂ 2 ਗੁਣਾ 6, 2 ਗੁਣਾ 6 ਅਤੇ 6 ਨੂੰ ਮੈਂ ਅੱਗੇ ਲਿਖ ਲੈਂਦਾ ਹਾਂ 2 ਗੁਣਾ 3, 2 ਗੁਣਾ 3। ਇਸ ਤਰ੍ਹਾਂ 12 ਦੇ ਭਾਜ ਗੁਣਨਖੰਡ ਹਨ 2 ਗੁਣਾ 2 ਗੁਣਾ 3। ਹੁਣ ਇਸ ਤੋਂ ਭਾਵ ਇਹ ਹੈ ਕਿ ਜੋ ਵੀ ਸੰਖਿਆਵਾਂ 12 ਨਾਲ ਭਾਗ ਹੋਣਗੀਆਂ ਉਹ ਜ਼ਰੂਰ ਹੀ 2 ਵਾਰ 2 ਅਤੇ 1 ਵਾਰ 3 ਨਾਲ ਭਾਗ ਹੋਣਗੀਆਂ। ਹੁਣ ਆਓ ਅੱਗੇ 20 ਦੇ ਭਾਜ ਗੁਣਨਖੰਡ ਬਣਾ ਲੈਂਦੇ ਹਾਂ। 20 ਨੂੰ ਮੈਂ ਲਿਖ ਸਕਦਾ ਹਾਂ 2 ਗੁਣਾ 10, 2 ਗੁਣਾ 10 ਅਤੇ 10 ਨੂੰ ਅੱਗੇ ਲਿਖ ਲੈਂਦੇ ਹਾਂ 2 ਗੁਣਾ 5, 2 ਗੁਣਾ 5। ਇਸ ਤਰ੍ਹਾਂ 20 ਦੇ ਭਾਜ ਗੁਣਨਖੰਡ ਹਨ 2 ਗੁਣਾ 2 ਗੁਣਾ 5। ਹੁਣ ਇਸ ਤੋਂ ਭਾਵ ਇਹ ਹੈ ਕਿ ਜੋ ਵੀ ਸੰਖਿਆਵਾਂ 20 ਨਾਲ ਭਾਗ ਹੋਣਗੀਆਂ ਉਹ ਜ਼ਰੂਰ ਹੀ 2 ਵਾਰ 2 ਅਤੇ 1 ਵਾਰ 5 ਨਾਲ ਭਾਗ ਹੋ ਜਾਣਗੀਆਂ। ਹੁਣ ਜੇਕਰ ਇੱਥੇ ਇਹਨਾਂ ਦੋਨਾਂ ਚੀਜ਼ਾਂ ਨੂੰ ਜੋੜ ਦਈਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਵੀ ਸੰਖਿਆਵਾਂ 12 ਅਤੇ 20 ਦੋਨਾਂ ਨਾਲ ਭਾਜਯੋਗ ਹਨ ਉਹ ਜ਼ਰੂਰ ਹੀ 2 ਵਾਰ 2 ਅਤੇ 1 ਵਾਰ 3 ਅਤੇ 5 ਨਾਲ ਭਾਜਯੋਗ ਹੋਣਗੀਆਂ। ਹੁਣ ਇੱਥੇ ਅਸੀਂ ਦੇਖਦੇ ਹਾਂ ਕਿ ਇੱਥੇ 2 ਗੁਣਾ 2 ਭਾਵ 2 ਵਾਰ 2 ਪਹਿਲਾਂ ਹੀ ਹੈ। ਜੇਕਰ ਇਸ ਸੰਖਿਆ ਨੂੰ ਅਸੀਂ 1 ਵਾਰ 5 ਨਾਲ ਗੁਣਾ ਕਰ ਦਈਏ, ਹੁਣ ਇਸ ਨੂੰ ਅਸੀਂ 1 ਵਾਰ 5 ਨਾਲ ਗੁਣਾ ਕਰ ਦਈਏ ਤਾਂ ਇਹ ਸੰਖਿਆ 12 ਅਤੇ 20 ਦੋਨਾਂ ਨਾਲ ਹੀ ਭਾਗ ਹੋ ਜਾਵੇਗੀ। ਹੁਣ ਆਖਰ ਇਹ ਸੰਖਿਆ ਹੈ ਕਿ ਇਹ ਸੰਖਿਆ ਹੈ 5 ਨੂੰ 2 ਨਾਲ ਗੁਣਾ ਕੀਤਾ 10, 10 ਨੂੰ 2 ਨਾਲ ਗੁਣਾ ਕੀਤਾ 20, 20 ਨੂੰ 3 ਨਾਲ ਗੁਣਾ ਕੀਤਾ 60। ਤਾਂ ਇਹ ਸੰਖਿਆ 60 ਹੈ ਜੋ 12 ਅਤੇ 20 ਦੋਨਾਂ ਨਾਲ ਭਾਗ ਹੁੰਦੀ ਹੈ। ਜੇਕਰ ਅਸੀਂ ਚਾਹੀਏ ਤਾਂ ਇਸ ਨੂੰ ਭਾਗ ਕਰਕੇ ਵੀ ਦੇਖ ਲੈਂਦੇ ਹਾਂ। ਪਹਿਲਾਂ ਅਸੀਂ ਇਸ ਨੂੰ 12 ਨਾਲ ਭਾਗ ਕਰਦੇ ਹਾਂ। ਇੱਥੇ ਮੈਂ 12 ਨਾਲ ਭਾਗ ਕਰਨ ਲਈ ਇਸ ਦੇ ਗੁਣਨਖੰਡਾਂ ਨਾਲ ਭਾਗ ਕਰ ਦਿੰਦਾ ਹਾਂ। 12 ਦੇ ਗੁਣਨਖੰਡ ਹਨ 2 ਗੁਣਾ 2 ਗੁਣਾ 3। ਤਾਂ ਇੱਥੇ 2 ਵਾਰ 2 ਇਹਨਾਂ 2 ਵਾਰ 2 ਨਾਲ ਕੱਟ ਜਾਣਗੇ, 3 ਨਾਲ 3 ਕੱਟ ਜਾਏਗਾ ਅਤੇ ਸਾਡੇ ਕੋਲ ਆਨਸਰ ਆ ਜਾਏਗਾ 5। ਇਸੇ ਤਰ੍ਹਾਂ ਅਸੀਂ ਇਸ ਸੰਖਿਆ ਨੂੰ 20 ਨਾਲ ਭਾਗ ਕਰਕੇ ਦੇਖਦੇ ਹਾਂ। ਹੁਣ 20 ਦੇ ਗੁਣਨਖੰਡਾਂ ਨਾਲ ਭਾਗ ਕਰ ਲੈਂਦੇ ਹਾਂ। 20 ਦੇ ਗੁਣਨਖੰਡ ਹਨ 2 ਗੁਣਾ 2 ਗੁਣਾ 5। ਤਾਂ ਇੱਥੇ ਵੀ 2 ਵਾਰ 2 ਕੱਟ ਜਾਣਗੇ ਅਤੇ 1 ਵਾਰ 5 ਕੱਟ ਜਾਏਗਾ ਅਤੇ ਸਾਡੇ ਕੋਲ ਆਨਸਰ ਆ ਜਾਏਗਾ 3। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਸੰਖਿਆ 20 ਨਾਲ ਵੀ ਪੂਰੀ ਤਰ੍ਹਾਂ ਭਾਗ ਹੋ ਜਾਂਦੀ ਹੈ। ਹੁਣ ਅੱਗੇ ਅਸੀਂ ਇਹ ਵੀ ਜਾਣਦੇ ਹਾਂ ਕਿ ਜੇਕਰ ਅਸੀਂ ਇਸ ਸੰਖਿਆ ਨੂੰ ਕਿਸੇ ਵੀ ਨੈਚੁਰਲ ਨੰਬਰ ਨਾਲ ਗੁਣਾ ਕਰ ਦਈਏ ਤਾਂ ਜੋ ਗੁਣਨਫਲ ਪ੍ਰਾਪਤ ਹੋਏਗਾ ਉਹ ਵੀ 12 ਅਤੇ 20 ਦੋਨਾਂ ਨਾਲ ਭਾਗ ਹੋ ਜਾਵੇਗਾ। ਫੋਰ ਐਗਜ਼ਾਮਪਲ ਇੱਥੇ ਇਹਨਾਂ ਦਾ ਗੁਣਨਫਲ 60 ਹੈ। ਜੇਕਰ ਮੈਂ 60 ਨੂੰ 2 ਨਾਲ ਗੁਣਾ ਕਰ ਦੇਵਾਂ ਤਾਂ ਸਾਡੇ ਕੋਲ 120 ਆ ਜਾਵੇਗਾ ਜੋ ਕਿ 12 ਅਤੇ 20 ਦੋਨਾਂ ਨਾਲ ਹੀ ਭਾਜਯੋਗ ਹੈ। ਤਾਂ ਇੱਥੇ ਜੇਕਰ ਮੈਂ ਇਸ ਸੰਖਿਆ ਨੂੰ ਕਿਸੇ ਵੀ ਨੈਚੁਰਲ ਨੰਬਰ ਦੇ ਨਾਲ ਗੁਣਾ ਕਰ ਦੇਵਾਂ ਤਾਂ ਜੋ ਗੁਣਨਫਲ ਆਏਗਾ ਭਾਵ ਜੋ ਇਹ ਸਾਰੀ ਸੰਖਿਆ ਹੋਵੇਗੀ ਇਹ ਵੀ 12 ਅਤੇ 20 ਨਾਲ ਭਾਜਯੋਗ ਹੋਵੇਗੀ। ਪਰ ਇੱਥੇ ਅਸੀਂ ਦੇਖਦੇ ਹਾਂ ਕਿ ਸਾਨੂੰ ਇਸ ਸਵਾਲ ਦੇ ਵਿੱਚ ਪੁੱਛਿਆ ਗਿਆ ਹੈ। ਸਾਨੂੰ ਇੱਥੇ ਪੁੱਛਿਆ ਗਿਆ ਹੈ ਕਿ ਜੇਕਰ ਕੋਈ ਸੰਖਿਆ 12 ਅਤੇ 20 ਦੋਨਾਂ ਨਾਲ ਭਾਜਯੋਗ ਹੈ ਤਾਂ ਉਹ ਹੋਰ ਕਿਸ ਸੰਖਿਆ ਨਾਲ ਭਾਜਯੋਗ ਹੋਵੇਗੀ। ਹੁਣ ਅਸੀਂ ਦੇਖਣਾ ਹੈ ਕਿ ਇਹ ਸੰਖਿਆ ਹੋਰ ਕਿਹੜੀ ਸੰਖਿਆ ਨਾਲ ਭਾਜਯੋਗ ਹੋਵੇਗੀ। ਹੁਣ ਇਸ ਦਾ ਉੱਤਰ ਇਹ ਹੈ ਕਿ ਇਹ ਸੰਖਿਆ ਇਹਨਾਂ ਸਾਰੇ ਹੀ ਗੁਣਨਖੰਡਾਂ ਨਾਲ ਅਤੇ ਇਹਨਾਂ ਦੇ ਕਿਸੇ ਵੀ ਕੰਬੀਨੇਸ਼ਨ ਦੇ ਨਾਲ ਭਾਜਯੋਗ ਹੋਵੇਗੀ। ਹੁਣ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਇੱਥੋਂ ਅਸੀਂ ਕੋਈ ਵੀ ਗੁਣਨਖੰਡ ਲੈ ਲਈਏ। ਮੰਨ ਲਓ ਮੈਂ ਇੱਥੇ 3 ਲੈ ਲੈਂਦਾ ਹਾਂ ਤਾਂ ਇੱਥੇ ਅਸੀਂ ਦੇਖਦੇ ਹਾਂ ਕਿ 3 ਇੱਥੇ ਗੁਣਨਖੰਡ ਹੈ, ਇਸ ਲਈ ਪੂਰੀ ਸੰਖਿਆ ਵੀ 3 ਨਾਲ ਭਾਜਯੋਗ ਹੋਵੇਗੀ। ਇਸੇ ਤਰ੍ਹਾਂ ਮੈਂ ਇੱਥੇ ਕੋਈ ਕੰਬੀਨੇਸ਼ਨ ਵੀ ਲੈ ਲੈਂਦਾ ਹਾਂ। ਹੁਣ ਇੱਥੇ ਮੈਂ ਲੈ ਲੈਂਦਾ 5 ਗੁਣਾ 2, 5 ਗੁਣਾ 2 ਜੋ ਬਰਾਬਰ ਹੈ 10। ਇਸ ਤਰ੍ਹਾਂ ਇਹ ਸੰਖਿਆ 10 ਨਾਲ ਵੀ ਪੂਰੀ ਤਰ੍ਹਾਂ ਭਾਜਯੋਗ ਹੋਵੇਗੀ। ਇਸ ਤਰ੍ਹਾਂ ਇੱਥੇ ਇੱਕ ਹੋਰ ਕੰਬੀਨੇਸ਼ਨ ਲਿਆ ਜਾ ਸਕਦਾ ਹੈ। 2 ਗੁਣਨਖੰਡ ਲੈ ਲੈਂਦਾ ਹਾਂ 2 ਗੁਣਾ 2, 2 ਗੁਣਾ 2 ਜੋ ਬਰਾਬਰ ਹੈ 4। ਇਸ ਤਰ੍ਹਾਂ ਇਹ ਸੰਖਿਆ 4 ਨਾਲ ਵੀ ਪੂਰੀ ਤਰ੍ਹਾਂ ਭਾਜਯੋਗ ਹੋਵੇਗੀ। ਇਸੇ ਤਰ੍ਹਾਂ ਇਸ ਪ੍ਰਸ਼ਨ ਨੂੰ ਕਈ ਵਾਰੀ ਮਲਟੀਪਲ ਚੁਆਇਸ ਦੇ ਅਨੁਸਾਰ ਵੀ ਪੁੱਛ ਲਿਆ ਜਾਂਦਾ ਹੈ। ਜਿਵੇਂ ਇੱਥੇ ਪੁੱਛ ਲਿਆ ਜਾਵੇਗਾ ਕਿ ਦੱਸੋ ਕਿ ਜੋ ਸੰਖਿਆ 12 ਅਤੇ 20 ਦੋਨਾਂ ਨਾਲ ਭਾਜਯੋਗ ਹੈ
ਉਹ ਹੇਠ ਦਿੱਤਿਆਂ ਵਿੱਚੋਂ ਹੋਰ ਕਿਸ ਨਾਲ ਭਾਗ ਹੋ ਜਾਵੇਗੀ। ਤਾਂ ਇੱਥੇ ਸਾਨੂੰ ਆਪਸ਼ਨਾਂ ਦਿੱਤੀਆਂ ਹੋ ਸਕਦੀਆਂ ਹਨ 9, 8, 7 ਤੇ 6। ਅਤੇ ਹੁਣ ਅਸੀਂ ਦੱਸਣਾ ਹੈ ਕਿ ਇਹ ਸੰਖਿਆ ਇਹਨਾਂ ਵਿੱਚੋਂ ਕਿਸ ਦੇ ਨਾਲ ਭਾਜਯੋਗ ਹੈ। ਹੁਣ ਇੱਥੇ ਸਾਡੇ ਕੋਲ ਪਹਿਲੀ ਆਪਸ਼ਨ ਹੈ 9। ਹੁਣ ਕੋਈ ਵੀ ਸੰਖਿਆ ਜੋ 9 ਨਾਲ ਭਾਗਯੋਗ ਹੋਵੇਗੀ ਉਹ ਜ਼ਰੂਰ ਹੀ ਇਸ ਦੇ ਭਾਜ ਗੁਣਨਖੰਡਾਂ ਨਾਲ ਵੀ ਭਾਗ ਹੋਵੇਗੀ। ਹੁਣ 9 ਦੇ ਭਾਜ ਗੁਣਨਖੰਡ ਹਨ 3 ਗੁਣਾ 3। ਹੁਣ ਜੋ ਸੰਖਿਆ 9 ਨਾਲ ਭਾਜਯੋਗ ਹੈ ਉਹ ਜ਼ਰੂਰ ਹੀ 2 ਵਾਰ 3 ਨਾਲ ਭਾਗ ਹੋਵੇਗੀ। ਪਰ ਇੱਥੇ ਅਸੀਂ ਦੇਖਦੇ ਹਾਂ ਕਿ ਇੱਥੇ ਇਹਨਾਂ ਗੁਣਨਖੰਡਾਂ ਵਿੱਚ ਕੇਵਲ ਇੱਕ ਵਾਰ ਹੀ 3 ਹੈ। ਇਸ ਲਈ ਅਸੀਂ ਕਹਾਂਗੇ ਕਿ ਇਹ ਸੰਖਿਆ 9 ਨਾਲ ਭਾਜਯੋਗ ਨਹੀਂ ਹੈ। ਦੂਜੀ ਸਾਡੇ ਕੋਲ ਆਪਸ਼ਨ ਹੈ 8। ਤਾਂ 8 ਦੇ ਸਾਡੇ ਕੋਲ ਭਾਜ ਗੁਣਨਖੰਡ ਹਨ 2 ਗੁਣਾ 2 ਗੁਣਾ 2। ਹੁਣ ਇਸ ਤੋਂ ਭਾਵ ਇਹ ਹੈ ਕਿ ਜੋ ਸੰਖਿਆ 8 ਨਾਲ ਭਾਗ ਹੋਵੇਗੀ ਉਹ ਜ਼ਰੂਰ ਹੀ 3 ਵਾਰ 2 ਨਾਲ ਭਾਗ ਹੋਣੀ ਚਾਹੀਦੀ ਹੈ। ਪਰ ਇੱਥੇ ਅਸੀਂ ਦੇਖਦੇ ਹਾਂ ਕਿ ਇੱਥੇ ਗੁਣਨਖੰਡਾਂ ਵਿੱਚ ਕੇਵਲ 2 ਵਾਰ ਹੀ 2 ਹੈ। ਤਾਂ ਇਸ ਲਈ ਇਹ ਸੰਖਿਆ 8 ਨਾਲ ਵੀ ਭਾਜਯੋਗ ਨਹੀਂ ਹੈ। ਤੀਜੀ ਸਾਡੇ ਕੋਲ ਆਪਸ਼ਨ ਹੈ 7। 7 ਆਪ ਹੀ ਭਾਜ ਸੰਖਿਆ ਹੈ। ਹੁਣ ਜੇਕਰ ਇਹਨਾਂ ਗੁਣਨਖੰਡਾਂ ਦੇ ਵਿੱਚ 7 ਹੁੰਦਾ ਤਾਂ ਅਸੀਂ ਕਹਿ ਸਕਦੇ ਸੀ ਕਿ ਇਹ 7 ਨਾਲ ਭਾਗ ਹੋ ਜਾਵੇਗੀ। ਪਰ ਹੁਣ ਇੱਥੇ 7 ਨਹੀਂ ਹੈ, ਇਸ ਲਈ ਇਹ ਸੰਖਿਆ 7 ਨਾਲ ਭਾਗ ਨਹੀਂ ਹੋਵੇਗੀ। ਲਾਸਟ ਵੀ ਸਾਡੇ ਕੋਲ ਆਪਸ਼ਨ ਹੈ 6। ਤੇ 6 ਦੇ ਸਾਡੇ ਕੋਲ ਗੁਣਨਖੰਡ ਹੁੰਦੇ ਹਨ 2 ਗੁਣਾ 3। 2 ਗੁਣਾ 3 ਭਾਵ ਕਿ ਜੋ ਸੰਖਿਆ 6 ਨਾਲ ਭਾਗ ਹੋਵੇਗੀ ਉਹ ਜ਼ਰੂਰ ਹੀ 2 ਗੁਣਾ 3 ਨਾਲ ਭਾਗ ਹੋਵੇਗੀ। ਹੁਣ ਇੱਥੇ ਅਸੀਂ ਦੇਖਦੇ ਹਾਂ ਕਿ ਇੱਥੇ ਗੁਣਨਖੰਡਾਂ ਦੇ ਵੀ ਸਾਡੇ ਕੋਲ 2 ਗੁਣਾ 3 ਹੈ। ਤਾਂ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇਹ ਸੰਖਿਆ 6 ਦੇ ਨਾਲ ਪੂਰੀ ਤਰ੍ਹਾਂ ਭਾਗ ਹੋ ਜਾਵੇਗੀ। ਹੁਣ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਸਵਾਲ ਨੂੰ ਹੱਲ ਕਰਨਾ ਸਮਝ ਗਏ ਹੋਵੋਗੇ। ਪਰ ਫਿਰ ਵੀ ਤੁਹਾਨੂੰ ਥੋੜ੍ਹਾ ਜਿਹਾ ਹੋਰ ਪੱਕਾ ਕਰਨ ਦੇ ਲਈ ਇਸੇ ਤਰ੍ਹਾਂ ਦਾ ਅਸੀਂ ਇੱਕ ਹੋਰ ਸਵਾਲ ਹੱਲ ਕਰਦੇ ਹਾਂ। ਜੋ ਸੰਖਿਆਵਾਂ 9 ਅਤੇ 24 ਦੋਨਾਂ ਨਾਲ ਭਾਜਯੋਗ ਹਨ ਉਹ ਹੋਰ ਕਿਸ ਨਾਲ ਭਾਜਯੋਗ ਹਨ। ਇੱਥੇ ਸਾਨੂੰ ਪਹਿਲਾਂ ਹੀ 4 ਆਪਸ਼ਨ ਦਿੱਤੀਆਂ ਹੋਈਆਂ ਹਨ। ਇਹ ਆਪਸ਼ਨਸ ਹਨ 5, 9, 11 ਅਤੇ 8। ਹੁਣ ਅਸੀਂ ਦੱਸਣਾ ਹੈ ਕਿ ਉਹ ਸੰਖਿਆਵਾਂ ਜੋ 9 ਅਤੇ 24 ਦੋਨਾਂ ਨਾਲ ਭਾਜਯੋਗ ਹਨ ਉਹ ਇਹਨਾਂ ਚਾਰੇ ਆਪਸ਼ਨਾਂ ਵਿੱਚੋਂ ਹੋਰ ਕਿਸ ਦੇ ਨਾਲ ਭਾਗ ਹੋ ਸਕਦੀ ਹੈ। ਤਾਂ ਚਲੋ ਇਸ ਪ੍ਰਸ਼ਨ ਨੂੰ ਹੱਲ ਕਰਦੇ ਹਾਂ। ਇਸ ਪ੍ਰਸ਼ਨ ਨੂੰ ਹੱਲ ਕਰਨ ਦੇ ਲਈ ਪਹਿਲਾਂ ਅਸੀਂ 9 ਦੇ ਅਭਾਜ ਗੁਣਨਖੰਡ ਬਣਾ ਲੈਂਦੇ ਹਾਂ। 9 ਦੇ ਅਭਾਜ ਗੁਣਨਖੰਡ ਹਨ 3 ਗੁਣਾ 3। 9 ਨੂੰ ਮੈਂ ਲਿਖ ਸਕਦਾ ਹਾਂ 3 ਗੁਣਾ 3। ਤਾਂ 9 ਦੇ ਅਭਾਜ ਗੁਣਨਖੰਡ ਹੋਏ 3 ਗੁਣਾ 3। ਹੁਣ ਇਸ ਤੋਂ ਭਾਵ ਇਹ ਹੈ ਕਿ ਜੋ ਸੰਖਿਆ 9 ਨਾਲ ਭਾਗ ਹੋਵੇਗੀ ਉਹ ਜ਼ਰੂਰ ਹੀ 2 ਵਾਰ 3 ਨਾਲ ਭਾਗ ਹੋ ਜਾਵੇਗੀ। ਹੁਣ ਅੱਗੇ ਅਸੀਂ 24 ਦੇ ਭਾਜ ਗੁਣਨਖੰਡ ਬਣਾ ਲੈਂਦੇ ਹਾਂ। ਹੁਣ 24 ਨੂੰ ਮੈਂ ਲਿਖ ਸਕਦਾ ਹਾਂ 2 ਗੁਣਾ 12। 2 ਗੁਣਾ 12। 12 ਨੂੰ ਅੱਗੇ ਲਿਖ ਲੈਂਦੇ ਹਾਂ 2 ਗੁਣਾ 6 ਅਤੇ 6 ਨੂੰ ਅੱਗੇ ਲਿਖ ਲੈਂਦੇ ਹਾਂ 2 ਗੁਣਾ 3। 2 ਗੁਣਾ 3। ਤਾਂ ਇਸ ਤੋਂ ਭਾਵ ਕਿ ਜੋ ਵੀ ਸੰਖਿਆ 24 ਨਾਲ ਭਾਗ ਹੋਵੇਗੀ ਉਹ ਜ਼ਰੂਰ ਹੀ 3 ਵਾਰ 2 ਅਤੇ 1 ਵਾਰ 3 ਨਾਲ ਭਾਗ ਹੋਵੇਗੀ। ਹੁਣ ਜੇਕਰ ਮੈਂ ਇਹਨਾਂ ਦੋਨਾਂ ਨੂੰ ਜੋੜ ਦੇਵਾਂ ਤਾਂ ਇੱਥੇ ਮੈਂ ਕਹਿ ਸਕਦਾ ਹਾਂ ਕਿ ਜੋ ਸੰਖਿਆਵਾਂ 9 ਅਤੇ 24 ਦੋਨਾਂ ਨਾਲ ਭਾਜਯੋਗ ਹਨ ਉਹ ਸੰਖਿਆਵਾਂ ਜ਼ਰੂਰ ਹੀ 2 ਵਾਰ 3 ਅਤੇ 3 ਵਾਰ 2 ਨਾਲ ਭਾਜਯੋਗ ਹੋਣਗੀਆਂ ਹੀ ਹੋਣਗੀਆਂ। ਹੁਣ ਇੱਥੇ ਇੱਕ ਵਾਰ ਜੋ 3 ਇੱਥੇ ਹੈ 24 ਦਾ ਗੁਣਨਖੰਡ ਹੈ ਉਹ ਇੱਥੇ ਪਹਿਲਾਂ ਹੀ ਹੈ। ਹੁਣ ਜੇਕਰ ਮੈਂ ਇਸ ਨੂੰ 3 ਵਾਰ 2 ਨਾਲ ਗੁਣਾ ਕਰ ਦੇਵਾਂ ਤਾਂ ਜੋ ਇਹ ਸੰਖਿਆ ਹੋਵੇਗੀ ਉਹ 9 ਅਤੇ 24 ਦੋਨਾਂ ਨਾਲ ਭਾਗ ਹੋ ਜਾਵੇਗੀ। ਤਾਂ ਇਸ ਦੇ ਲਈ ਮੈਂ ਇਸ ਨੂੰ ਇੱਥੇ ਅੱਗੇ ਗੁਣਾ ਕਰ ਦਿੰਦਾ ਹਾਂ 3 ਵਾਰ 2 ਨਾਲ। 2 ਗੁਣਾ 2 ਗੁਣਾ 2। ਹੁਣ ਇਹ ਉਹ ਸੰਖਿਆ ਹੈ ਜੋ 9 ਅਤੇ 24 ਦੋਨਾਂ ਨਾਲ ਭਾਗਯੋਗ ਹੈ। ਹੁਣ ਆਖਰੀ ਸੰਖਿਆ ਹੈ ਕਿ ਇਹ ਸੰਖਿਆ ਹੈ 2 ਗੁਣਾ 2 4, 4 ਗੁਣਾ 2 8 ਅਤੇ 8 ਨੂੰ 3 ਤੇ 9 ਨਾਲ ਗੁਣਾ ਕੀਤਾ 72। ਤਾਂ ਇਹ ਸੰਖਿਆ 72 ਹੈ ਜੋ 9 ਅਤੇ 24 ਦੋਨਾਂ ਨਾਲ ਭਾਗਯੋਗ ਹੈ। ਅਸਲ ਵਿੱਚ ਇਹ ਸੰਖਿਆ 9 ਅਤੇ 24 ਦਾ LCM ਹੀ ਹੈ, ਭਾਵ ਕਿ ਲੀਸਟ ਕਾਮਨ ਮਲਟੀਪਲ ਹੈ ਜੋ ਦੋਨਾਂ ਦੇ ਨਾਲ ਪੂਰੀ ਤਰ੍ਹਾਂ ਭਾਜਯੋਗ ਹੈ। ਹੁਣ ਅੱਗੇ ਪ੍ਰਸ਼ਨ ਦੇ ਅਨੁਸਾਰ ਅਸੀਂ ਇਹ ਦੇਖਣਾ ਹੈ ਕਿ ਇਹ ਸੰਖਿਆ ਇਹਨਾਂ ਆਪਸ਼ਨਾਂ ਦੇ ਵਿੱਚੋਂ ਕਿਸ ਦੇ ਨਾਲ ਪੂਰੀ ਤਰ੍ਹਾਂ ਭਾਗ ਹੋ ਜਾਵੇਗੀ। ਹੁਣ ਇੱਥੇ ਸਾਡੇ ਕੋਲ ਪਹਿਲੀ ਆਪਸ਼ਨ ਹੈ 5। 5 ਆਪਣੇ ਆਪ ਇੱਕ ਭਾਜ ਸੰਖਿਆ ਹੈ, ਪਰ ਇੱਥੇ ਅਸੀਂ ਦੇਖਦੇ ਹਾਂ ਕਿ ਇਹਨਾਂ ਗੁਣਨਖੰਡਾਂ ਵਿੱਚ 5 ਨਹੀਂ ਹੈ। ਇਸ ਤੋਂ ਭਾਵ ਕਿ ਇਹ ਸੰਖਿਆ 5 ਨਾਲ ਭਾਗ ਨਹੀਂ ਹੋਵੇਗੀ। ਦੂਜੀ ਸਾਡੇ ਕੋਲ ਆਪਸ਼ਨ ਹੈ 9। 9 ਦੇ ਗੁਣਨਖੰਡ ਹੁੰਦੇ ਹਨ 3 ਗੁਣਾ 3, ਭਾਵ ਕਿ ਜੋ ਸੰਖਿਆ 9 ਨਾਲ ਭਾਗ ਹੋਵੇਗੀ ਉਹ ਜ਼ਰੂਰ ਹੀ 2 ਵਾਰ 3 ਨਾਲ ਭਾਗ ਹੋ ਜਾਵੇਗੀ। ਤਾਂ ਇੱਥੇ ਅਸੀਂ ਦੇਖਦੇ ਹਾਂ ਕਿ 2 ਵਾਰ 3 ਹੈ, ਇਸ ਲਈ ਇਹ ਸੰਖਿਆ 9 ਨਾਲ ਪੂਰੀ ਤਰ੍ਹਾਂ ਭਾਗ ਹੋ ਜਾਵੇਗੀ। ਇੱਥੇ ਅਸੀਂ ਪ੍ਰਸ਼ਨ ਵਿੱਚ ਵੀ ਦੇਖ ਸਕਦੇ ਹਾਂ ਕਿ ਸਾਨੂੰ ਪਹਿਲਾਂ ਹੀ ਦਿੱਤਾ ਹੋਇਆ ਹੈ
ਕਿ ਜੋ ਸੰਖਿਆ 9 ਤੇ 24 ਦੋਨਾਂ ਨਾਲ ਭਾਜਯੋਗ ਹੈ। ਤਾਂ ਇਹ ਸੰਖਿਆ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਇਹ 9 ਦੇ ਨਾਲ ਭਾਜਯੋਗ ਹੈ। ਤੀਜੀ ਸਾਡੇ ਕੋਲ ਆਪਸ਼ਨ ਹੈ 11। 11 ਵੀ ਇੱਕ ਭਾਜ ਸੰਖਿਆ ਹੈ। ਹੁਣ ਜੇਕਰ ਇਹਨਾਂ ਗੁਣਨਖੰਡਾਂ ਦੇ ਵਿੱਚ 11 ਹੋਵੇ ਤਾਂ ਅਸੀਂ ਕਹਿ ਸਕਦੇ ਸੀ ਕਿ ਇਹ 11 ਦੇ ਨਾਲ ਪੂਰੀ ਤਰ੍ਹਾਂ ਭਾਜਯੋਗ ਹੈ, ਪਰ ਇੱਥੇ 11 ਨਹੀਂ ਹੈ, ਇਸ ਲਈ ਇਹ ਸੰਖਿਆ 11 ਨਾਲ ਭਾਜਯੋਗ ਨਹੀਂ ਹੈ। ਚੌਥੀ ਅਤੇ ਆਖਰੀ ਸਾਡੇ ਕੋਲ ਆਪਸ਼ਨ ਹੈ 8। ਹੁਣ 8 ਦੇ ਸਾਡੇ ਕੋਲ ਗੁਣਨਖੰਡ ਹਨ 2 ਗੁਣਾ 2 ਗੁਣਾ 2। ਹੁਣ ਜੋ ਸੰਖਿਆ 8 ਨਾਲ ਭਾਜਯੋਗ ਹੈ ਉਹ ਜ਼ਰੂਰ ਹੀ 3 ਵਾਰ 2 ਨਾਲ ਭਾਜਯੋਗ ਹੋਵੇਗੀ। ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਇਸ ਸੰਖਿਆ ਵਿੱਚ 3 ਵਾਰ 2 ਹੈ, ਤਾਂ ਇਸ ਤੋਂ ਭਾਵ ਇਹ ਹੋਇਆ ਕਿ ਇਹ ਸੰਖਿਆ 8 ਨਾਲ ਪੂਰੀ ਤਰ੍ਹਾਂ ਭਾਗ ਹੋ ਜਾਵੇਗੀ। ਤਾਂ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇੱਥੇ ਤਰੀਕਾ ਸਮਝ ਲਿਆ ਹੋਵੇਗਾ, ਜਿਸ ਤਰੀਕੇ ਦੀ ਵਰਤੋਂ ਕਰਕੇ ਅਸੀਂ ਦੱਸ ਸਕਦੇ ਹਾਂ ਕਿ ਜੋ ਸੰਖਿਆ 9 ਤੇ 24 ਦੋਨਾਂ ਨਾਲ ਭਾਜਯੋਗ ਹੈ ਉਹ ਹੋਰ ਕਿਸ ਦੇ ਨਾਲ ਭਾਜਯੋਗ ਹੋ ਸਕਦੀ ਹੈ।